ਸ਼੍ਰੀ ਗੁਰੂ ਨਾਨਕ ਦੇਵ ਜੀ ਕੌਡੇ ਰਾਖਸ਼ ਦਾ ਉਦਾਰ ਕਰਕੇ ਇੱਕ ਸੰਘਣੇ ਜੰਗਲ ਵਿੱਚ ਆ ਗਏ, ਜਿਸ ਦੇ ਲਾਗੇ ਕੋਈ ਪਿੰਡ ਨਹੀਂ ਸੀ। ਮਰਦਾਨੇ ਨੇ ਕਿਹਾ, ਮੈਨੂੰ ਬਹੁਤ ਭੁੱਖ ਨੇ ਸਤਾਇਆ ਹੈ, ਮੈਂ ਇੱਕ ਪੈਰ ਅੱਗੇ ਨਹੀਂ ਚੱਲ ਸਕਦਾ। ਗੁਰੂ ਜੀ ਨੇ ਕਿਹਾ, ਮਰਦਾਨਿਆਂ, 3 ਕੋਹਾਂ ਤੇ ਇੱਕ ਨਗਰ ਹੈ, ਉੱਥੇ ਚੱਲ ਕੇ ਜੋ ਜੀ ਕਰੇ ਉਹ ਖਾ ਲਵੀਂ। ਮਰਦਾਨੇ ਨੇ ਕਿਹਾ, ਗੁਰੂ ਜੀ, ਜੇ ਨਗਰ ਵੀ ਆ ਗਿਆ ਤਾਂ ਕਿਸ ਕੰਮ? ਸਾਡੇ ਪੱਲੇ ਕਿਹੜੀਆਂ ਰੋਕੜਾਂ ਬੰਦੀਆਂ ਹੋਈਆਂ ਹਨ ਜੋ ਖਰਚ ਕੇ ਕੁਝ ਖਰੀਦ ਲਵਾਂਗੇ। ਤਦ ਗੁਰੂ ਜੀ ਨੇ ਆਪਣੇ ਪੈਰ ਨਾਲ ਰੇਤ ਨੂੰ ਫਰੋਲਿਆ ਤਾਂ ਉਸ ਵਿੱਚੋਂ ਇੱਕ ਅਸਚਰਜ ਲਾਲ ਨਿਕਲ ਆਇਆ, ਜਿਸ ਨੂੰ ਵੇਖ ਕੇ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ, ਇਸ ਨੂੰ ਫੜ ਕੇ ਪੱਲੇ ਬੰਨ੍ਹ ਲੈ, ਜੋ ਲੈਣਾ ਹੋਵੇਗਾ ਲੈ ਲਵੀਂ। ਮਰਦਾਨੇ ਨੇ ਕਿਹਾ, ਮਹਾਰਾਜ, ਇਹ ਪੱਥਰ ਮੇਰੇ ਕਿਸ ਕੰਮ ਹੈ? ਇਸ ਨਾਲ ਕੋਈ ਭੁੱਖ ਹਟ ਜਾਏਗੀ। ਗੁਰੂ ਜੀ ਨੇ ਕਿਹਾ, ਸ਼ਹਿਰ ਵਿੱਚ ਜਾ ਕੇ ਇਸ ਦਾ ਮੁੱਲ ਪਵਾ ਲਵੀਂ, ਇਸ ਨੂੰ ਵੇਚ ਕੇ ਉਹਨਾਂ ਪੈਸਿਆਂ ਦਾ ਕੁਝ ਖਾਣ ਵਾਸਤੇ ਲੈ ਲਵੀਂ। ਇਸ ਤਰ੍ਹਾਂ ਮਰਦਾਨੇ ਨਾਲ ਗੱਲਾਂ ਬਾਤਾਂ ਕਰਕੇ ਬਿਸੰਬਰਪੁਰ ਨਗਰ ਦੇ ਨੇੜੇ ਪਹੁੰਚ ਗਏ। ਆਪ ਇੱਕ ਬਿਰਛ ਹੇਠਾਂ ਬੈਠ ਗਏ ਤੇ ਮਰਦਾਨੇ ਨੂੰ ਕਿਹਾ, ਇਸ ਲਾਲ ਨੂੰ ਸ਼ਹਿਰ ਵਿੱਚ ਕਿਸੇ ਜੋਰੀ ਪਾਸ ਲੈ ਜਾ ਤੇ ਵੇਚ ਕੇ ਮਨ ਭਾਉਂਦੇ ਪਦਾਰਥ ਰੱਜ ਕੇ ਖਾ ਲਵੀਂ। ਜਦ ਮਰਦਾਨੇ ਨੇ ਸ਼ਹਿਰ ਵਿੱਚ ਜਾ ਕੇ ਇੱਕ ਜੌਹਰੀ ਨੂੰ ਵਿਖਾਇਆ ਤਾਂ ਉਸਨੇ ਉਸ ਲਾਲ ਦਾ 3 ਪੈਸੇ ਮੁੱਲ ਦੱਸਿਆ। ਮੁੱਲ ਸੁਣ ਕੇ ਮਰਦਾਨੇ ਨੇ ਕਿਹਾ, ਅੱਛਾ, ਮੈਂ ਆਪਣੇ ਸਾਥੀ ਨੂੰ ਪੁੱਛਾਵਾਂ। ਜਦ ਮਰਦਾਨੇ ਗੁਰੂ ਜੀ ਨੂੰ ਇਹ ਮੁੱਲ ਦੱਸਿਆ ਤਾਂ ਗੁਰੂ ਜੀ ਨੇ ਕਿਹਾ, ਤੂੰ ਸਾਲਸ ਰਾਏ ਜੋਹਰੀ ਪਾਸ ਜਾ ਕੇ ਇਸ ਨੂੰ ਵੇਚ। ਮਰਦਾਨਾ ਫਿਰ ਸ਼ਹਿਰ ਵਿੱਚ ਗਿਆ ਤੇ ਸਾਲਸ ਰਾਏ ਦੀ ਹੱਟੀ ਪੁੱਛ ਕੇ ਉਸ ਨੂੰ ਲਾਲ ਵਿਖਾਇਆ ਅਤੇ ਕਿਹਾ, ਇਸ ਨੂੰ ਵੇਚਣਾ ਹੈ। ਸਾਲਸ ਰਾਏ ਨੇ ਵੇਖ ਕੇ 100 ਰੁਪਇਆ ਮਰਦਾਨੇ ਨੂੰ ਦਿੱਤਾ ਤੇ ਆਖਿਆ ਕਿ ਆਪਣੇ ਸਾਥੀ ਪਾਸੋਂ ਇਸ ਦਾ ਮੁੱਲ ਪੁੱਛ ਆਓ। 100 ਰੁਪਈਆ ਲੈ ਕੇ ਮਰਦਾਨਾ ਖੁਸ਼ੀ-ਖੁਸ਼ੀ ਗੁਰੂ ਜੀ ਪਾਸ ਆਇਆ ਤੇ ਸਾਰੀ ਗੱਲ ਦੱਸੀ ਕਿ ਜੋਹਰੀ ਨੇ ਲਾਲ ਵੀ ਮੈਨੂੰ ਦੇ ਦਿੱਤਾ ਤੇ ਨਾਲ 100 ਰੁਪਈਆ ਵੀ। ਗੁਰੂ ਜੀ ਨੇ ਕਿਹਾ, ਮਰਦਾਨਾ, ਸ਼ਾਹ ਨੂੰ ਪੁੱਛ ਕੇ 100 ਰੁਪਈਆ ਕੈਸਾ ਹੈ? ਮਰਦਾਨੇ ਜਦ ਜਾ ਕੇ ਜੌਹਰੀ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਇਸ ਲਾਲ ਉੱਤੇ ਲਿਖਿਆ ਹੋਇਆ ਹੈ ਕਿ ਜਿਹੜਾ ਇਸ ਨੂੰ ਵੇਖੇ ਉਹ 100 ਰੁਪਈਆ ਦਰਸ਼ਨ ਭੇਟਾ ਦੇਵੇ। ਮਰਦਾਨੇ ਨੇ ਇਹੀ ਗੱਲ ਗੁਰੂ ਜੀ ਨੂੰ ਜਾ ਦੱਸੀ ਤਾਂ ਗੁਰੂ ਜੀ ਨੇ ਕਿਹਾ, ਮਰਦਾਨਾ, ਇਹ ਰੁਪਏ ਸ਼ਾਹ ਨੂੰ ਵਾਪਸ ਕਰਿਆ, ਅਸੀਂ ਨਹੀਂ ਰੱਖਣੇ। ਪਰ ਜਦ ਮਰਦਾਨੇ ਨੇ ਸ਼ਾਹ ਨੂੰ ਜਾ ਕੇ ਰੁਪਏ ਵਾਪਸ ਕੀਤੇ ਤਾਂ ਉਹ ਵਾਪਸ ਰੁਪਏ ਨਾ ਲਵੇ। ਉਸਨੇ ਕਿਹਾ, ਮੈਂ ਇਸ ਦੀ ਦਰਸ਼ਨ ਭੇਟਾ ਵਾਪਸ ਲੈ ਕੇ ਆਪਣਾ ਧਰਮ ਨਹੀਂ ਹਾਰਨਾ। ਮਰਦਾਨੇ ਨੇ ਵਾਪਸ ਆਣ ਕੇ ਗੁਰੂ ਜੀ ਨੂੰ ਇਹ ਗੱਲ ਦੱਸੀ ਤਾਂ ਗੁਰੂ ਜੀ ਨੇ ਕਿਹਾ, ਅਸਾਂ ਮੁਫਤ ਦੇ ਪੈਸੇ ਨਹੀਂ ਰੱਖਣੇ, ਵਾਪਸ ਕਰਿਆ। ਇਸ ਤਰ੍ਹਾਂ ਮਰਦਾਨੇ ਨੇ 7 ਫੇਰੇ ਪਾਏ। ਗੁਰੂ ਜੀ ਰੁਪਏ ਰੱਖਣ ਨਹੀਂ, ਜੋਰੀ ਵਾਪਸ ਨਾ ਲਵੇ। ਮਰਦਾਨਾ ਬੜਾ ਅੱਕ ਥੱਕ ਗਿਆ। ਸ਼ਾਹ ਨੇ ਵਿਚਾਰਿਆ, ਇਹ ਕੋਈ ਨੇਕ ਪੁਰਸ਼ ਹੋਵੇਗਾ ਜਿਸ ਪਾਸ ਇਹ ਕੀਮਤੀ ਲਾਲ ਹੈ ਤੇ ਧਨ ਦਾ ਕੋਈ ਲਾਲਚ ਨਹੀਂ ਹੈ, ਉਸ ਦੇ ਦਰਸ਼ਨ ਕਰਨੇ ਚਾਹੀਦੇ ਹਨ। ਇਹ ਸੋਚ ਕੇ ਸ਼ਾਹ ਮਿੱਠੇ ਭੋਜਨਾਂ ਦਾ ਥਾਲ ਪਰੋਸ ਕੇ ਦਰਸ਼ਨ ਕਰਨ ਵਾਸਤੇ ਹਾਜ਼ਰ ਹੋਇਆ। ਬੇਨਤੀ ਕਰਕੇ ਕਿਹਾ ਕਿ ਮਹਾਤਮਾ ਜੀ, ਇਹ 100 ਰੁਪਈਆ ਤੁਹਾਡਾ ਹੈ, ਇਹ ਰੱਖ ਲਵੋ ਤੇ ਸਾਡਾ ਪ੍ਰਣ ਰੱਖ ਲਵੋ। ਪਰ ਗੁਰੂ ਜੀ ਨੇ ਕਿਹਾ, ਲਾਲ ਨੂੰ ਵੇਚੇ ਤੋਂ ਬਿਨਾਂ ਅਸੀਂ ਇਸ ਧਨ ਨੂੰ ਹੱਥ ਨਹੀਂ ਲਾ ਸਕਦੇ, ਤੂੰ ਆਪਣਾ ਧਨ ਆਪਣੇ ਪਾਸ ਰੱਖ। ਗੁਰੂ ਜੀ ਦੇ ਬਚਨ ਸੁਣ ਕੇ ਅਤੇ ਦਰਸ਼ਨ ਕਰਕੇ ਜੌਹਰੀ ਸ਼ਾਹ ਦਾ ਮਨ ਨਿਰਮਲ ਹੋ ਗਿਆ ਤੇ ਭਰਮ ਮਿਟ ਗਿਆ। ਆਪ ਜੀ ਨੂੰ ਪੂਰਨ ਸੰਤ ਸਮਝ ਕੇ ਕਹਿਣ ਲੱਗਾ, ਮਹਾਰਾਜ ਜੀ, ਇਹ ਅਦਭੁਤ ਲਾਲ ਮੈਂ ਤੁਹਾਡੀ ਕਿਰਪਾ ਨਾਲ ਹੀ ਵੇਖਿਆ ਹੈ। ਤੁਸੀਂ ਲਾਲਾਂ ਦੇ ਵੀ ਲਾਲ ਹੋ, ਜਿਨ੍ਹਾਂ ਦੇ ਦਰਸ਼ਨ ਕਰਕੇ ਮੈਂ ਨਿਹਾਲ ਹੋ ਗਿਆ ਹਾਂ। ਜੌਹਰੀ ਸ਼ਾਹ ਨੂੰ ਉਪਦੇਸ਼ ਦੇਣ ਲਈ ਗੁਰੂ ਜੀ ਨੇ ਇੱਕ ਸ਼ਬਦ ਦਾ ਉਚਾਰਨ ਕੀਤਾ ਸੀ, ਜਿਸ ਦਾ ਅਰਥ ਸੀ ਕਿ ਜਿਹੜੇ ਲਾਲਾਂ ਨੂੰ ਇਕੱਠੇ ਕਰਕੇ ਆਪਣੇ ਪਾਸ ਰੱਖਦੇ ਹਨ, ਉਹਨਾਂ ਦਾ ਕੋਈ ਕੰਮ ਇਹਨਾਂ ਤੋਂ ਨਹੀਂ ਸੌਰਦਾ। ਨਾ ਇਹ ਲਾਲ ਖਾਣ ਪੀਣ ਦੇ ਕੰਮ ਆਉਂਦੇ ਹਨ, ਨਾ ਇਹ ਕੱਪੜੇ ਦਾ ਕੰਮ ਦਿੰਦੇ ਹਨ। ਇਹ ਕੀਮਤੀ ਪੱਥਰ ਸਮਝ ਕੇ ਇਹਨਾਂ ਨੂੰ ਪਾਸ ਰੱਖ ਕੇ ਹੰਕਾਰ ਕਰਦੇ ਹਨ ਤੇ ਸ਼ਾਹ ਖਵਾਉਂਦੇ ਹਨ। ਪਰਮੇਸ਼ਰ ਦਾ ਨਾਮ ਅਸਲੀ ਸੁੱਚਾ ਲਾਲ ਹੈ, ਜਿਸ ਨੂੰ ਉਹ ਮਿਲ ਜਾਵੇ ਉਹ ਨਿਹਾਲ ਹੋ ਜਾਂਦਾ ਹੈ। ਤੂੰ ਆਪਣੇ ਅਮੋਲਕ ਲਾਲ ਆਤਮਾ ਨੂੰ ਨਹੀਂ ਜਾਣਿਆ ਤੇ ਇਸ ਨੂੰ ਭੁੱਲ ਕੇ ਕਸ਼ਟ ਪਾ ਰਿਹਾ ਹੈ। ਸਾਲਸ ਨੇ ਕਿਹਾ, ਸੰਤ ਜੀ, ਤੁਸੀਂ ਕੌਣ ਹੋ? ਤੁਹਾਡਾ ਦੇਸ਼ ਕਿਹੜਾ ਹੈ ਅਤੇ ਹੁਣ ਕਿੱਥੇ ਜਾ ਰਹੇ ਹੋ? ਮੈਂ ਸਾਰੇ 6 ਦਰਸ਼ਨ ਸਾਧੂਆਂ ਦੇ ਵੇਖੇ ਹਨ, ਪਰ ਤੁਹਾਡਾ ਭੇਸ ਕਿਸੇ ਨਾਲ ਵੀ ਨਹੀਂ ਮਿਲਦਾ। ਗੁਰੂ ਜੀ ਨੇ ਕਿਹਾ, ਸਾਡਾ ਦੇਸ਼ ਇੱਕ ਓਂਕਾਰ ਹੈ ਅਤੇ ਸਰੀਰ ਦਾ ਸਾਡਾ ਭੇਸ ਵੀ ਉਸ ਦਾ ਹੀ ਹੈ। ਸਾਲਸ ਰਾਏ ਨੇ ਕਿਹਾ, ਉੱਤਰ ਸੁਣ ਕੇ, ਕਿ ਜੇਕਰ ਆਪ ਜੀ ਨੇ ਇੱਕ ਓਂਕਾਰ
ਵੇਖਿਆ ਹੈ ਤਾਂ ਉਸ ਦੇ ਦਰਸ਼ਨ ਕਰਾ ਕੇ ਮੇਰਾ ਭਰਮ ਦੂਰ ਕਰੋ। ਮੈਂ ਆਪ ਜੀ ਦੀ ਸ਼ਰਨ ਆਇਆ ਹਾਂ। ਉਸ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ। ਸਾਲਸ ਰਾਏ ਨੇ ਅਰਥ ਸਹਿਤ ਸ਼ਬਦ ਸੁਣ ਕੇ ਬੜੇ ਦੀਨ ਹੋ ਕੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਮੈਨੂੰ ਉਪਦੇਸ਼ ਦਿਓ ਜਿਸ ਨਾਲ ਮੇਰੀ ਕਲਿਆਣ ਹੋ ਜਾਵੇ। ਕਿਰਪਾ ਕਰਕੇ ਇਹ ਰੁਪਏ ਲਵੋ ਤੇ ਮੈਨੂੰ ਨਿਹਾਲ ਕਰੋ। ਗੁਰੂ ਜੀ ਨੇ ਕਿਹਾ, ਇਹ ਧਨ ਤੁਹਾਡੇ ਜੌਹਰੀਆਂ ਦੇ ਘਰ ਹੀ ਸ਼ੋਭਾ ਦਿੰਦੇ ਹਨ, ਸਾਡੇ ਇਹ ਕਿਸੇ ਕੰਮ ਨਹੀਂ। ਜੌਹਰੀ ਨੇ ਕਿਹਾ, ਸੰਤ ਜੀ, ਜੇ ਤੁਸੀਂ ਧਨ ਨਹੀਂ ਲੈਣਾ ਤਾਂ ਇਹ ਭੋਜਨ ਛਕ ਲਵੋ। ਮਰਦਾਨਾ ਇਹ ਸਾਰੀਆਂ ਗੱਲਾਂ ਚੁੱਪ ਕਰਕੇ ਸੁਣਦਾ ਰਿਹਾ ਤੇ ਭੋਜਨ ਛਕਣ ਦੀਆਂ ਕਈ ਪ੍ਰਕਾਰ ਦੀਆਂ ਗਿਣਤੀਆਂ ਗਿਣਦਾ ਰਿਹਾ ਕਿ ਜੇ ਇਹਨਾਂ ਨੇ ਆਪ ਨਹੀਂ ਛਕਣਾ ਤਾਂ ਮੈਨੂੰ ਹੀ ਦੇ ਦੇਣ, ਮੈਂ ਹੀ ਰੱਜ ਕੇ ਖਾਵਾਂ। ਕਿਰਪਾਲੂ ਗੁਰੂ ਜੀ ਨੇ ਸਾਲਸ ਰਾਏ ਦੀ ਕਲਿਆਣ ਵਾਸਤੇ ਭੋਜਨ ਪ੍ਰਥਾਏ ਵੀ ਇੱਕ ਸ਼ਬਦ ਉਚਾਰਨ ਕੀਤਾ ਸੀ। ਉਹ ਸ਼ਬਦ ਸੁਣ ਕੇ ਸਾਲਸ ਰਾਏ ਦੇ ਨੌਕਰ ਦਾ ਮਨ ਨਿਰਮਲ ਹੋ ਗਿਆ। ਉਸਨੇ ਗੁਰੂ ਜੀ ਨੂੰ ਅਸ਼ਟਾਂਗ ਨਮਸਕਾਰ ਕਰਕੇ ਆਖਿਆ ਕਿ ਮੈਂ ਤੁਹਾਨੂੰ ਪਰਮੇਸ਼ਰ ਕਰਕੇ ਜਾਣਿਆ ਹੈ। ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਹੋ। ਮੈਨੂੰ ਜਗਤ ਦੀ ਅਗਨੀ ਵਿੱਚ ਸੜਨ ਨੂੰ ਕੱਢ ਲਵੇ। ਉਸ ਦੀ ਸ਼ਰਧਾ ਤੇ ਪ੍ਰੇਮ ਵਾਲੀ ਬੇਨਤੀ ਸੁਣ ਕੇ ਗੁਰੂ ਜੀ ਨੇ ਸ਼ਬਦ ਦੀ ਦੂਜੀ ਪੌੜੀ ਉਚਾਰਨ ਕੀਤੀ, ਜਿਸ ਨੂੰ ਸੁਣ ਕੇ ਸਾਲਸ ਰਾਏ ਮੁਕਤੀ ਦਾ ਇੱਛਾਵਾਨ ਹੋ ਗਿਆ। ਫਿਰ ਗੁਰੂ ਜੀ ਨੇ ਇੱਕ ਸ਼ਬਦ ਦਾ ਉਚਾਰਨ ਕੀਤਾ, ਜਿਸ ਨੂੰ ਸੁਣ ਕੇ ਸਾਲਸ ਰਾਏ ਨੇ ਵਿਚਾਰਿਆ ਕਿ ਇਹ ਪਰਮੇਸ਼ਰ ਦਾ ਅਵਤਾਰ ਹਨ, ਜਿਨ੍ਹਾਂ ਦੇ ਬਚਨ ਦਾਸਾਂ ਦੇ ਦੁੱਖ ਛੇਤੀ ਹੀ ਦੂਰ ਕਰ ਦਿੰਦੇ ਹਨ। ਸਾਲਸ ਰਾਏ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਮੇਰੀ ਕਲਿਆਣ ਕਰੋ। ਤੁਸੀਂ ਪਰਮੇਸ਼ਰ ਦਾ ਰੂਪ ਹੋ, ਤੁਹਾਡੇ ਬਰਾਬਰ ਦਾ ਇਸ ਸਮੇਂ ਹੋਰ ਕੋਈ ਨਜ਼ਰ ਨਹੀਂ ਆਉਂਦਾ। ਗੁਰੂ ਜੀ ਨੇ ਕਿਹਾ, ਜੇ ਤੇਰੀ ਇਹ ਇੱਛਾ ਹੈ ਤਾਂ ਆਪਣੇ ਨੌਕਰ ਦੇ ਪੈਰਾਂ ਤੇ ਪੈ ਜਾ, ਤੇਰਾ ਆਉਣਾ ਜਾਣਾ ਕੱਟਿਆ ਜਾਏਗਾ। ਹੁਕਮ ਮੰਨ ਕੇ ਸਾਲਸ ਰਾਏ ਨੇ ਦੋਵੇਂ ਹੱਥ ਜੋੜ ਕੇ ਆਪਣੇ ਨੌਕਰ ਦੇ ਪੈਰਾਂ ਤੇ ਸਿਰ ਰੱਖ ਦਿੱਤਾ ਅਤੇ ਕਿਹਾ ਕਿ ਮੈਂ ਤੁਹਾਡਾ ਹੁਕਮ ਕਦੇ ਨਹੀਂ ਮੋੜਾਂਗਾ। ਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਕਿਹਾ ਕਿ ਤੇਰੇ ਬੰਧਨ ਕੱਟੇ ਗਏ ਹਨ। ਮਨ ਤੋਂ ਸਾਰੇ ਭਰਮ ਦੂਰ ਕਰਕੇ ਪਰਮੇਸ਼ਰ ਦਾ ਨਾਮ ਜਪਣਾ ਕਰੋ। ਗੁਰੂ ਜੀ ਸਾਲਸ ਤੇ ਪ੍ਰਸੰਨ ਹੋ ਕੇ ਆਪਣਾ 1.5 ਗਜ ਦਾ ਪਰਨਾ ਉਸ ਨੂੰ ਦਿੱਤਾ, ਜਿਸ ਨੂੰ ਸਾਲਸ ਨੇ ਸਿਰ ਤੇ ਰੱਖ ਕੇ ਨਮਸਕਾਰ ਕੀਤੀ ਤੇ ਉਸ ਦੇ ਕਪਾਟ ਖੁੱਲ੍ਹ ਗਏ। ਬ੍ਰਹਮ ਗਿਆਨ ਦੀ ਅਵਸਥਾ ਹੋ ਗਈ। ਉਸਨੇ ਪ੍ਰੇਮ ਰੰਗ ਵਿੱਚ ਵਸ ਕੇ ਗੁਰੂ ਜੀ ਦੀ ਉਸਤਤੀ ਵਿੱਚ ਆਪ ਵੀ ਕੁਝ ਸ਼ਬਦ ਹੀ ਉਚਾਰਨ ਕੀਤੇ ਸਨ। ਸਤਿਗੁਰੂ ਜੀ ਨੇ ਉਸ ਦੀ ਬਾਣੀ ਸੁਣ ਕੇ ਉਸ 'ਤੇ ਬਹੁਤ ਪ੍ਰਸੰਨ ਹੋ ਕੇ ਮੰਜੀ ਬਖਸ਼ ਦਿੱਤੀ ਅਤੇ ਸਾਰੇ ਨਗਰ ਦੇ ਲੋਕਾਂ ਨੂੰ ਉਸ ਦਾ ਸੇਵਕ ਬਣਾ ਦਿੱਤਾ। ਉਪਰੰਤ ਗੁਰੂ ਜੀ ਨੇ ਬਚਨ ਕੀਤਾ ਕਿ ਜਦ ਤੱਕ ਤੇਰੀ ਉਮਰ ਹੈ ਤਦ ਤੱਕ ਇਹ ਗੱਦੀ ਆਪਣੇ ਪਾਸ ਰੱਖਣੀ, ਉਪਰੰਤ ਇਸ ਆਪਣੇ ਸੇਵਕ ਨੂੰ ਦੇ ਦੇਣੀ, ਹੋਰ ਕਿਸੇ ਨੂੰ ਆਪਣੀ ਸੰਤਾਨ ਨਾ ਦੇਣੀ। ਅਸਾਂ ਗੱਦੀ ਤਾਂ ਹੁਣ ਹੀ ਇਸ ਤੇਰੇ ਨੌਕਰ ਨੂੰ ਦੇ ਦੇਣੀ ਸੀ, ਪਰ ਤੇਰਾ ਮਾਣ ਕਰਕੇ ਇਸ ਤੋਂ ਪਹਿਲਾਂ ਤੈਨੂੰ ਦਿੱਤੀ ਹੈ। ਇਸ ਸਮੇਂ ਤੇਰੀ ਉਮਰ 2 ਸਾਲ ਤੇ 7 ਮਹੀਨੇ ਬਾਕੀ ਰਹਿੰਦੀ ਹੈ। ਇਹ ਉਮਰ ਭੋਗ ਕੇ ਇਸ ਆਪਣੇ ਈਰਖਾ ਰਹਿਤ ਨੇਕ ਹਿਰਦੇ ਸੇਵਕ ਨੂੰ ਗੱਦੀ ਦੇ ਦੇਣੀ। ਉਪਰੰਤ ਗੁਰੂ ਜੀ ਨੇ ਮੈਨੂੰ ਆਖਿਆ, ਹੇ ਬਾਲਾ, ਮਰਦਾਨੇ ਨੂੰ ਭੁੱਖ ਤੇ ਸਤਾ ਰਹੀ ਹੈ, ਇਸ ਨੂੰ ਭੋਜਨ ਦਿਓ, ਇਹ ਤ੍ਰਿਪਤ ਹੋ ਜਾਵੇ। ਗੁਰੂ ਜੀ ਦਾ ਬਚਨ ਮੰਨ ਕੇ ਮਰਦਾਨੇ ਨੂੰ ਭੋਜਨ ਦਿੱਤਾ, ਜੋ ਬਹੁਤ ਸਵਾਦ ਵਾਲਾ ਹੋਣ ਕਰਕੇ ਮਰਦਾਨੇ ਨੇ ਲਾਲਚ ਕਰਕੇ ਬਹੁਤ ਖਾ ਲਿਆ। ਫਿਰ ਸਾਲਸ ਰਾਏ ਸਾਨੂੰ ਆਪਣੇ ਘਰ ਲੈ ਗਿਆ। ਗੁਰੂ ਜੀ ਨੇ ਕੁਝ ਦਿਨ ਉਸ ਪਾਸ ਹੀ ਨਿਵਾਸ ਰੱਖਿਆ ਸੀ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।